ਸਤਿ ਸ਼੍ਰੀ ਅਕਾਲ ਜੀ। ਕਿਤਾਬ ਮੇਲਜੋਲ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਪਹਿਲਾ ਲੈਸਨ ਲਾਡਲੇ। ਲਾਡਲੇ ਦੂਰੋਂ ਹੀ ਦਿਸ ਪੈਂਦੇ ਹਨ, ਜਿਵੇਂ ਕਿਸੇ ਬਹੁਤ ਵੱਡੇ ਬੂਹੇ ਤੇ ਲੱਗਾ ਜਿੰਦਰਾ ਦਿਸ ਪੈਂਦਾ ਹੈ। ਲਾਡਲੇ ਦੀ ਪਛਾਣ ਬੜੀ ਸੌਖੀ ਹੁੰਦੀ ਹੈ। ਇਹਨਾਂ ਲਾਡਲਿਆਂ ਨੂੰ ਮਿਲ ਕੇ ਅਜੀਬ ਜਿਹਾ ਅਨੁਭਵ ਹੁੰਦਾ ਹੈ, ਜਿਵੇਂ ਫਟੇ ਹੋਏ ਦੁੱਧ ਦੀ ਚਾਹ ਪੀ ਰਹੇ ਹੋਈਏ। ਲਾਡਲਿਆਂ ਦਾ ਨਲਾਇਕਾਂ ਨਾਲ ਗੂੜਾ ਰਿਸ਼ਤਾ ਹੁੰਦਾ ਹੈ। ਜੇ ਧਿਆਨ ਨਾਲ ਵੇਖੀਏ ਤਾਂ ਆਲੇ ਦੁਆਲੇ ਵਿੱਚ ਲਾਡਲਿਆਂ ਅਤੇ ਨਲਾਇਕਾਂ ਦੀ ਥੱਲਿਓਂ ਉੱਪਰ ਤੱਕ ਪੱਕੀ ਚਿਣਾਈ ਹੋਈ ਦਿਸ ਪਵੇਗੀ। ਸਾਡਾ ਆਲਾ ਦੁਆਲਾ ਨਲਾਇਕਾਂ ਅਤੇ ਲਾਡਲਿਆਂ ਨਾਲ ਇੰਜ ਫਸਿਆ ਹੋਇਆ ਹੈ, ਜਿਵੇਂ ਸੂਈ ਧਾਗੇ ਵਿੱਚ ਫਸੀ ਹੁੰਦੀ ਹੈ। ਰੋਂਦੇ ਰਹਿਣਾ ਲਾਡਲਿਆਂ ਦਾ ਨਿਤਨੇਮ ਹੁੰਦਾ ਹੈ। ਇਹਨਾਂ ਦਾ ਬਚਪਨ ਬਹੁਤ ਲੰਮਾ ਹੁੰਦਾ ਹੈ, ਜਿਹੜਾ ਮੁੱਕਣ ਵਿੱਚ ਹੀ ਨਹੀਂ ਆਉਂਦਾ। ਇਹ ਨਾ ਤਾਂ ਆਪਣੀ ਕੋਈ ਨਵੇਕਲੀ ਸੋਚ ਉਸਾਰਦੇ ਹਨ ਅਤੇ ਨਾ ਹੀ ਜੀਵਨ ਭਰ ਇਹ ਕਦੇ ਆਪਣੇ ਪੈਰਾਂ 'ਤੇ ਖਲੋਂਦੇ ਹਨ। ਇਹ 3 ਘੰਟੇ ਵਿੱਚ 30 ਸ਼ਿਕਾਇਤਾਂ ਕਰਦੇ ਹਨ ਅਤੇ 20 ਵਾਰ ਘਬਰਾਉਂਦੇ ਹਨ। ਇਹਨਾਂ ਦੀ ਜਿਸਮਾਨੀ ਡੀਲ ਡੌਲ ਚਰਬੀ ਦਾ ਢੇਰ ਪ੍ਰਤੀਤ ਹੁੰਦੀ ਹੈ ਅਤੇ ਸਰੀਰਕ ਖੇਤਰਫਲ ਵਿਸ਼ਾਲ ਹੁੰਦਾ ਹੈ। ਇਹਨਾਂ ਦੀ ਹਾਜ਼ਰੀ ਨਾਲ ਕਮਰਾ ਭਰਿਆ ਭਰਿਆ ਲੱਗਦਾ ਹੈ, ਪਰ ਇਹਨਾਂ ਨੂੰ ਮਿਲ ਕੇ ਭੁੱਖ ਅਤੇ ਉਦਾਸੀ ਵੱਧ ਜਾਂਦੀ ਹੈ। ਸਾਰੇ ਇਹਨਾਂ ਨੂੰ ਵੱਖਰੀ ਨਜ਼ਰ ਨਾਲ ਵੇਖਦੇ ਹਨ, ਜਿਵੇਂ ਇੱਕ ਵਿਦਵਾਨ ਇੱਕ ਮੂਰਖ ਨੂੰ ਵੇਖਦਾ ਹੈ, ਜਿਵੇਂ ਇੱਕ ਡਾਕਟਰ ਇੱਕ ਭਲਵਾਨ ਨੂੰ ਵੇਖਦਾ ਹੈ, ਜਿਵੇਂ ਹੋਟਲ ਵਾਲਾ ਹੋਣ ਵਾਲੀ ਆਮਦਨ ਦੇ ਪ੍ਰਸੰਗ ਵਿੱਚ ਮੋਟੇ ਗਾਹਕ ਨੂੰ ਵੇਖਦਾ ਹੈ। ਲਾਡਲੇ ਵੀ ਦੂਜਿਆਂ ਵਾਂਗ ਹੀ ਜਨਮ ਲੈਂਦੇ ਹਨ, ਪਰ ਇਹਨਾਂ ਦੇ ਪਾਲਣ ਪੋਸ਼ਣ ਵਿੱਚ ਮਾਂ ਤਾਂ ਮਾਂ ਵਾਲਾ ਰੋਲ ਨਿਭਾਉਂਦੀ ਹੀ ਹੈ, ਪਿਤਾ ਵੀ ਮਾਂ ਬਣ ਜਾਂਦਾ ਹੈ। ਇਵੇਂ ਲਾਡਲੇ 2 ਮਾਵਾਂ ਦਾ ਪਿਆਰ ਮਾਣਦੇ ਹਨ ਅਤੇ ਆਪਣੀ ਬੁੱਧੀ ਦਾ ਵਿਕਾਸ ਵੀ ਇਹ ਆਪਣੇ ਸਰੀਰ ਦੇ ਲੇਖੇ ਲਾ ਦਿੰਦੇ ਹਨ। ਲਾਡ ਕਾਰਨ ਮਾਵਾਂ ਇਹਨਾਂ ਨੂੰ ਆਪਣੇ ਤੋਂ ਦੂਰ ਨਹੀਂ ਜਾਣ ਦਿੰਦੀਆਂ ਅਤੇ ਲਾਡ ਦੇ ਆਦੀ ਹੋਣ ਕਾਰਨ ਇਹ ਮਾਵਾਂ ਤੋਂ ਦੂਰ ਨਹੀਂ ਜਾਂਦੇ। ਲਾਡਲੇ ਆਪਣੀ ਮਾਂ ਦੀ ਗੋਦ ਦਾ ਇਤਨਾ ਵਧੇਰੇ ਨਿੱਘ ਮਾਣਦੇ ਹਨ ਕਿ ਇਹ ਜਿੱਥੇ ਵੀ ਬੈਠਦੇ ਹਨ ਇੰਜ ਬੈਠਦੇ ਹਨ ਜਿਵੇਂ ਗੋਦੀ ਵਿੱਚ ਬੈਠੇ ਹੋਣ। ਕਈ ਧੀਆਂ ਤੋਂ ਮਗਰੋਂ ਪ੍ਰਾਪਤ ਕੀਤਾ ਪੁੱਤਰ ਅਕਸਰ ਲਾਡਲਾ ਹੋ ਨਿਬੜਦਾ ਹੈ। ਇਕਲੌਤੀ ਸੰਤਾਨ ਵੀ ਲਾਡਲੀ ਹੁੰਦੀ ਹੈ। ਵੇਖਿਆ ਗਿਆ ਹੈ ਕਿ ਕਈ ਪੁੱਤਰਾਂ ਤੋਂ ਬਾਅਦ ਜਨਮੀ ਧੀ ਵੀ ਮੁੰਡਿਆਂ ਵਰਗੀ ਹੁੰਦੀ ਹੈ ਅਤੇ ਕਈ ਧੀਆਂ ਤੋਂ ਬਾਅਦ ਜਨਮਿਆ ਪੁੱਤਰ ਵੀ ਲੜਕੀ ਜਿਹਾ ਹੁੰਦਾ ਹੈ। ਹਰ ਸਮਾਜ ਵਿੱਚ ਪੁੱਤਰਾਂ ਅਤੇ ਧੀਆਂ ਦੇ ਸਮਾਜਿਕ ਰੋਲ ਪੱਕੇ ਤੌਰ ਤੇ ਨਿਰਧਾਰਿਤ ਹੋਏ ਹਨ। ਭਾਵੇਂ ਇਸ ਖੇਤਰ ਵਿੱਚ ਕੁਝ ਤਬਦੀਲੀ ਵਾਪਰ ਰਹੀ ਹੈ, ਪਰ ਮਾਪਿਆਂ ਦੀ ਧੀਆਂ ਪੁੱਤਰਾਂ ਸੰਬੰਧੀ ਸੋਚ ਵਿੱਚ ਕੋਈ ਉਲੇਖਯੋਗ ਪਰਿਵਰਤਨ ਵਾਪਰਨ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਅਮੀਰ ਪਰਿਵਾਰਾਂ ਵਿੱਚ ਬੱਚਿਆਂ ਦੀ ਗਿਣਤੀ ਸੀਮਤ ਹੋਣ ਦੇ ਰਿਵਾਜ ਕਾਰਨ ਬੱਚਿਆਂ ਵੱਲ ਵਧੇਰੇ ਧਿਆਨ ਦਿੱਤਾ ਜਾਣ ਲੱਗ ਪਿਆ ਹੈ ਅਤੇ ਜਿਸ ਅਨੁਪਾਤ ਵਿੱਚ ਧਿਆਨ ਦੀ ਮਾਤਰਾ ਵੱਧ ਰਹੀ ਹੈ, ਉਸੇ ਅਨੁਪਾਤ ਵਿੱਚ ਭਾਵਕ ਪੱਖੋਂ ਬੱਚਿਆਂ ਤੇ ਆਪਣੇ ਪੈਰਾਂ ਤੇ ਖਲੋਣ ਦੀਆਂ ਸੰਭਾਵਨਾਵਾਂ ਸੁੰਗੜ ਰਹੀਆਂ ਹਨ। ਸਥਿਤੀ ਦਾ ਇੱਕ ਸਪਸ਼ਟ ਪ੍ਰਮਾਣ ਇਹ ਹੈ ਕਿ ਅਜੋਕੇ ਯੁੱਗ ਦੇ ਬੱਚੇ ਨਾ ਤਾਂ ਕੋਈ ਲੰਮਾ ਅਤੇ ਹੰਢਣਸਾਰ ਰਿਸ਼ਤਾ ਉਸਾਰ ਸਕਦੇ ਹਨ ਅਤੇ ਨਾ ਹੀ ਸੰਕਟ ਦੀ ਘੜੀ ਵਿੱਚ ਸਾਬ ਤੇ ਸਬੂਤੇ ਰਹਿ ਸਕਦੇ ਹਨ। ਇਵੇਂ ਕਿਸੇ ਵੀ ਚੀਜ਼ ਤੋਂ ਸੰਤੁਸ਼ਟ ਨਾ ਹੋਣਾ, ਕਿਸੇ ਨਾਲ ਵੀ ਸਮਝੌਤਾ ਕਰਨ ਦੀ ਰੁਚੀ ਨਾ ਹੋਣੀ, ਥਕਾਵਟ ਅਤੇ ਭੁੱਖ ਬਰਦਾਸ਼ਤ ਕਰਨ ਦੀ ਅਸਮਰਥਾ ਅਤੇ ਕਿਸੇ ਨਾਲ ਵੀ ਗੁਜ਼ਾਰਾ ਕਰ ਸਕਣ ਵਿੱਚ ਅਸਫਲਤਾ ਲਾਡਲਿਆਂ ਦੇ ਕੁਝ ਉਲੇਖਯੋਗ ਲੱਛਣ ਹੁੰਦੇ ਹਨ। ਅਜੋਕੇ ਲਾਡਲੇ ਮਾਪਿਆਂ ਲਈ ਕੋਈ ਧਰਵਾਸ ਬਣਨ ਦੀ ਥਾਂ ਉਹਨਾਂ ਲਈ ਚਿੰਤਾ ਦਾ ਕਾਰਨ ਬਣੇ ਰਹਿੰਦੇ ਹਨ। ਹੁਣ ਬੱਚੇ ਲੰਮਾ ਅਰਸਾ ਤਨ, ਮਨ ਅਤੇ ਧਨ ਤਿੰਨਾਂ ਪੱਖਾਂ ਤੋਂ ਆਪਣੇ ਮਾਪਿਆਂ ਤੇ ਨਿਰਭਰ ਰਹਿੰਦੇ ਹਨ। ਹੁਣ ਅਮੀਰ ਪਰਿਵਾਰ ਦਾ ਲਗਭਗ ਹਰ ਬੱਚਾ ਘੱਟ ਵੱਧ ਮਾਤਰਾ ਵਿੱਚ ਲਾਡਲਾ ਅਤੇ ਵਿਗੜਿਆ ਹੋਇਆ ਹੁੰਦਾ ਹੈ। ਲਾਡਲਿਆਂ ਵਿੱਚ ਖੁੱਲ੍ਹਣ, ਖਿੜਨ ਅਤੇ ਵਿਗਸਣ ਦੀ ਸਮਰੱਥਾ ਨਹੀਂ ਹੁੰਦੀ। ਇਹਨਾਂ ਦਾ ਪਾਲਣ ਪੋਸ਼ਣ ਇਸ ਢੰਗ ਨਾਲ ਕੀਤਾ ਜਾਂਦਾ ਹੈ ਕਿ ਖਾਣਾ ਹੰਡਾਉਣਾ ਹੀ ਇਹਨਾਂ ਦਾ ਜੀਵਨ ਉਦੇਸ਼ ਹੋ ਨਿਬੜਦਾ ਹੈ। ਭਾਵੇਂ ਇਹਨਾਂ ਦੀਆਂ ਕਿਤਾਬਾਂ ਵੱਡੀਆਂ ਅਤੇ ਮਹਿੰਗੀਆਂ ਹੁੰਦੀਆਂ ਹਨ, ਪਰ ਇਹਨਾਂ ਦੀਆਂ ਸੋਚਾਂ ਸੁੰਗੜੀਆਂ ਅਤੇ ਨਜ਼ਰੀਏ ਤੰਗ ਹੁੰਦੇ ਹਨ। ਮਾਪਿਆਂ ਦਾ ਆਪਣਾ ਜੀਵਨ ਕੋਈ ਉਤਸ਼ਾਹਪੂਰਨ ਉਦਾਹਰਣ ਨਾ ਹੋਣ ਕਾਰਨ ਲਾਡਲੇ ਪੁੱਤਰਾਂ ਧੀਆਂ ਲਈ ਇਹ ਕੋਈ ਪ੍ਰੇਰਨਾ ਸਰੋਤ ਨਹੀਂ ਬਣਦਾ। ਮਾਪੇ ਲਾਡਲਿਆਂ ਨੂੰ ਇੰਜ ਪਾਲਦੇ ਹਨ ਜਿਵੇਂ ਪੁੱਤਰ ਧੀਆਂ ਮਾਲਕ ਹੋਣ ਅਤੇ ਮਾਪੇ ਉਹਨਾਂ ਦੇ ਨੌਕਰ। ਲਾਡਲੇ ਤਾਂ ਸ਼ਿਕਾਇਤ ਕਰਦੇ ਹੀ ਹਨ,
ਉਹਨਾਂ ਦੇ ਮਾਪੇ ਵੀ ਕਰਦੇ ਹਨ। ਲਾਡਲਿਆਂ ਨੂੰ ਇਤਨਾ ਕੱਜ ਕੇ ਅਤੇ ਸਾਂਭ ਕੇ ਰੱਖਿਆ ਜਾਂਦਾ ਹੈ ਕਿ ਉਹ ਆਲੇ ਦੁਆਲੇ ਨਾਲ ਇਕਸੁਰ ਹੋ ਹੀ ਨਹੀਂ ਸਕਦੇ। ਆਪਣੀਆਂ ਸਾਰੀਆਂ ਸਮੱਸਿਆਵਾਂ ਦੀ ਜੜ ਇਹ ਆਪ ਹੀ ਹੁੰਦੇ ਹਨ, ਪਰ ਆਪਣੀਆਂ ਸਮੱਸਿਆਵਾਂ ਲਈ ਇਹ ਦੋਸ਼ੀ ਦੂਜਿਆਂ ਨੂੰ ਹੀ ਠਹਿਰਾਉਂਦੇ ਹਨ। ਜਿਵੇਂ ਮੋਢੇ ਬਦਲਣ ਨਾਲ ਭਾਰ ਨਹੀਂ ਘਟਦਾ ਅਤੇ ਕੁਝ ਚਿਰ ਮਗਰੋਂ ਦੋਵੇਂ ਮੋਢੇ ਦੁਖਣ ਲੱਗ ਪੈਂਦੇ ਹਨ, ਇਵੇਂ ਹੀ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਸਾਰੇ ਯਤਨਾਂ ਦੇ ਅਸਫਲ ਹੋ ਜਾਣ ਕਾਰਨ ਇਹ ਕਿਸੇ ਹੋਰ ਨੂੰ ਉਹਨਾਂ ਲਈ ਜ਼ਿੰਮੇਵਾਰ ਠਹਿਰਾਉਣ ਲੱਗ ਪੈਂਦੇ ਹਨ। ਵੇਖਿਆ ਗਿਆ ਹੈ ਕਿ ਜਿਹੜੇ ਵਿਅਕਤੀ ਆਪਣੀਆਂ ਸਮੱਸਿਆਵਾਂ ਨੂੰ ਹਰ ਥਾਂ ਕਿਸੇ ਅੱਗੇ ਸੌਖੀਆਂ ਹੀ ਪੇਸ਼ ਕਰ ਦਿੰਦੇ ਹਨ, ਉਹ ਆਪਣੀਆਂ ਅਸਲ ਸਮੱਸਿਆਵਾਂ ਨੂੰ ਛੁਪਾ ਰਹੇ ਹੁੰਦੇ ਹਨ। ਲਾਡਲੇ ਆਪਣੇ ਮਾਪਿਆਂ ਦੇ ਯਤਨਾਂ ਦੇ ਸਿੱਟੇ ਵਜੋਂ ਆਰਥਿਕ ਪੱਖੋਂ ਭਾਵੇਂ ਸੁਖਾਲੇ ਹੋ ਜਾਂਦੇ ਹਨ, ਪਰ ਭਾਵੁਕ ਪੱਖੋਂ ਉਹ ਕਦੇ ਵੀ ਪੱਕਦੇ ਰਸਦੇ ਨਹੀਂ। ਇਹ ਮਿਹਨਤ ਕਰਕੇ ਇਮਤਿਹਾਨ ਪਾਸ ਨਹੀਂ ਕਰਦੇ, ਸਗੋਂ ਆਪਣੇ ਮਾਪਿਆਂ ਦੇ ਅਸਰ ਰਸੂਖ ਨਾਲ ਨਕਲ ਮਾਰ ਕੇ ਕਲਾਸਾਂ ਚੜ੍ਹਦੇ ਹਨ। ਲਾਡਲਿਆਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਜੋ ਕੁਝ ਜਾਣੇ ਜਾਣ ਯੋਗ ਹੈ ਉਹ ਇਹਨਾਂ ਨੇ ਜਾਣ ਲਿਆ ਹੈ, ਸੋ ਇਹ ਆਪਣਾ ਮਾਨਸਿਕ ਵਿਕਾਸ ਕਰਨ ਦੀ ਥਾਂ ਆਪਣਾ ਸਰੀਰਕ ਵਿਕਾਸ ਕਰਨ ਲੱਗ ਪੈਂਦੇ ਹਨ ਅਤੇ ਵਿਚਾਰੇ ਜਿਹੇ ਹੋ ਨਿਬੜਦੇ ਹਨ। ਹਰ ਵਿਅਕਤੀ ਆਪਣੇ ਪਰਿਵਾਰ ਦੀਆਂ ਕਦਰਾਂ ਕੀਮਤਾਂ ਦੀ ਦੇਣ ਹੁੰਦਾ ਹੈ। ਹਰ ਪਰਿਵਾਰ ਵਿੱਚ ਕੋਈ ਨਾ ਕੋਈ ਅਜਿਹਾ ਵਿਅਕਤੀ ਜ਼ਰੂਰ ਹੁੰਦਾ ਹੈ ਜਿਹੜਾ ਦਿੰਦਾ ਘੱਟ ਹੈ ਪਰ ਪ੍ਰਾਪਤ ਸਭ ਕੁਝ ਕਰਨਾ ਚਾਹੁੰਦਾ ਹੈ। ਇਸ ਵਿਅਕਤੀ ਦਾ ਸੁਭਾਅ ਖਾਨਦਾਨ ਵਿੱਚ ਪਹਿਲਾਂ ਹੋ ਚੁੱਕੇ ਕਿਸੇ ਇੱਕ ਅਜਿਹੇ ਹੀ ਲਾਡਲੇ ਵਿਅਕਤੀ ਨਾਲ ਮੇਲ ਖਾਂਦਾ ਹੁੰਦਾ ਹੈ। ਅਜਿਹੇ ਵਿਅਕਤੀ ਦਾ ਆਪਣੇ ਆਪ ਬਾਰੇ ਦ੍ਰਿਸ਼ਟੀਕੋਣ ਸੰਤੁਲਿਤ ਨਹੀਂ ਹੁੰਦਾ। ਜਿਹੋ ਜਿਹਾ ਸਾਡਾ ਆਪਣੇ ਆਪ ਬਾਰੇ ਰਵੱਈਆ ਹੁੰਦਾ ਹੈ, ਉਸ ਅਨੁਸਾਰ ਹੀ ਅਸੀਂ ਸੰਸਾਰ ਬਾਰੇ ਦ੍ਰਿਸ਼ਟੀਕੋਣ ਉਸਾਰਦੇ ਹਾਂ। ਜਦੋਂ ਮਾਪੇ ਕਿਸੇ ਬੱਚੇ ਦੀਆਂ ਵਧੀਕੀਆਂ ਅਤੇ ਨਾਜਾਇਜ਼ ਮੰਗਾਂ ਖਿੜੇ ਮੱਥੇ ਪ੍ਰਵਾਨ ਕਰਦੇ ਜਾਣ ਤਾਂ ਅਸਲ ਵਿੱਚ ਉਹ ਬੱਚੇ ਵਿੱਚ ਵਧੀਕੀਆਂ ਅਤੇ ਮਨਮਾਨੀਆਂ ਕਰਨ ਦੀ ਆਦਤ ਨੂੰ ਪੱਕਾ ਕਰ ਰਹੇ ਹੁੰਦੇ ਹਨ। ਪਿਤਾ ਦੀ ਗੈਰ ਹਾਜ਼ਰੀ ਵਿੱਚ ਮਾਵਾਂ ਵਧੇਰੇ ਲਾਡ ਨਾਲ ਪੁੱਤਰਾਂ ਨੂੰ ਵਿਗਾੜਦੀਆਂ ਹਨ। ਮਾਂ ਦੇ ਨਾ ਹੋਣ ਜਾਂ ਮਾਂ ਦੀ ਗੈਰ ਹਾਜ਼ਰੀ ਨਾਲ ਧੀਆਂ ਦੇ ਪਾਲਣ ਪੋਸ਼ਣ ਅਤੇ ਵਿਕਾਸ ਕਰਨ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਭੈਣਾਂ ਭਰਾਵਾਂ ਦੀ ਗੈਰ ਹਾਜ਼ਰੀ ਕਾਰਨ ਲਾਡਲਿਆਂ ਦਾ ਮਗਰੋਂ ਉਸਰਨ ਵਾਲਾ ਪਤੀ ਪਤਨੀ ਦਾ ਰਿਸ਼ਤਾ ਪ੍ਰਭਾਵਿਤ ਹੁੰਦਾ ਹੈ। ਸਾਡੀਆਂ ਮੁੱਢਲੀਆਂ ਆਦਤਾਂ, ਸੰਸਕਾਰ, ਪੱਖਪਾਤ, ਦ੍ਰਿਸ਼ਟੀਕੋਣ, ਰਿਸ਼ਤੇ ਆਦਿ ਸਾਡੇ ਘਰ ਦੇ ਅੰਦਰ ਹੀ ਪੱਕਦੇ ਹਨ। ਹਰ ਪਰਿਵਾਰ ਆਪਣੇ ਆਪ ਵਿੱਚ ਇੱਕ ਛੋਟਾ ਜਿਹਾ ਸੰਸਾਰ ਹੁੰਦਾ ਹੈ, ਜਿਸ ਵਿੱਚ ਜੀਵਨ ਅਤੇ ਸੰਸਾਰ ਦੇ ਸਾਰੇ ਪੱਖ ਹਾਜ਼ਰ ਹੁੰਦੇ ਹਨ। ਲਾਡਲੀਆਂ ਧੀਆਂ ਵੀ ਹੋ ਸਕਦੀਆਂ ਹਨ ਅਤੇ ਅਕਸਰ ਇਕਲੌਤੀ ਧੀ ਲਾਡਲੀ ਹੁੰਦੀ ਹੈ, ਪਰ ਲਾਡਲਾ ਸ਼ਬਦ ਅਕਸਰ ਪੁੱਤਰ ਲਈ ਵਰਤਿਆ ਜਾਂਦਾ ਹੈ। ਜਿਸ ਪੁੱਤਰ ਦੇ ਆਪਣੀ ਮਾਂ ਨਾਲ ਸੰਬੰਧ ਸੁਖਾਵੇਂ ਅਤੇ ਨਿੱਘੇ ਨਹੀਂ, ਪਤਨੀ ਨਾਲ ਵੀ ਉਸਦੇ ਸੰਬੰਧ ਸੁਖਾਵੇਂ ਨਹੀਂ ਹੋਣਗੇ। ਘਰਾਂ ਵਿੱਚ ਅਚੇਤ ਹੀ ਪੁੱਤਰਾਂ ਦੇ ਮੁਕਾਬਲੇ ਧੀਆਂ ਨਾਲ ਵਿਹਾਰ ਵਿੱਚ ਮਾਪੇ ਪੱਖਪਾਤ ਵਰਤਦੇ ਹਨ। ਸੋ ਅਣਗਹਿਲੀ ਦਾ ਸ਼ਿਕਾਰ ਧੀਆਂ ਘਰ ਤੋਂ ਬਾਹਰ ਸੰਤੁਸ਼ਟੀ ਦਾ ਕੋਈ ਆਧਾਰ ਜਾਂ ਸਰੋਤ ਉਸਾਰਦੀਆਂ ਹਨ। ਸਾਡੇ ਸਮਾਜ ਵਿੱਚ ਪੁੱਤਰਾਂ ਦੇ ਮੁਕਾਬਲੇ ਘੱਟ ਧਿਆਨ ਦਿੱਤੇ ਜਾਣ ਕਾਰਨ ਧੀਆਂ ਨੂੰ ਸੋਚਣ ਅਤੇ ਮਹਿਸੂਸ ਕਰਨ ਦੀ ਆਦਤ ਵਧੇਰੇ ਹੁੰਦੀ ਹੈ ਅਤੇ ਉਹਨਾਂ ਵਿੱਚ ਇਹ ਆਦਤ ਪੈ ਵੀ ਜਲਦੀ ਜਾਂਦੀ ਹੈ। 20 ਵਰ੍ਹਿਆਂ ਦੀ ਲੜਕੀ 20 ਸਾਲਾਂ ਦੇ ਲੜਕੇ ਨਾਲੋਂ ਭਾਵਕ ਅਤੇ ਸਰੀਰਕ ਪੱਖੋਂ ਵਧੇਰੇ ਵਿਕਸਿਤ ਹੁੰਦੀ ਹੈ। ਅਜਿਹੀ ਸਥਿਤੀ ਦਾ ਕਾਰਨ ਇਹ ਹੈ ਕਿ ਲੜਕੀਆਂ ਜਾਂ ਧੀਆਂ ਜਲਦੀ ਹੀ ਘਰ ਦੀ ਸਾਂਭ ਸੰਭਾਲ ਵਿੱਚ ਰੁੱਝ ਜਾਣ ਕਾਰਨ ਪਰਿਵਾਰਕ ਜੀਵਨ ਨਾਲ ਸੰਬੰਧਿਤ ਆਪਣੀ ਸੋਚ ਅਤੇ ਅਨੁਭਵ ਦਾ ਘੇਰਾ ਵਿਸ਼ਾਲ ਕਰ ਲੈਂਦੀਆਂ ਹਨ। ਉਹਨਾਂ ਦਾ ਅਨੁਭਵ ਅਤੇ ਚਿੱਤ ਅਜਿਹਾ ਹੋ ਨਿਬੜਦਾ ਹੈ ਕਿ ਉਹ ਅੰਦਰੋਂ ਦਰਖਤ ਵਾਂਗ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਮਨ ਦੇ ਪੱਖੋਂ ਸਭ ਕੁਝ ਸਹਿਣ ਲਈ ਉਹ ਬਲਵਾਨ ਹੋ ਨਿਬੜਦੀਆਂ ਹਨ। ਇਸਤਰੀਆਂ ਉੱਤੇ ਸਮਾਜਿਕ ਬੰਧਨ ਵਧੇਰੇ ਹੋਣ ਕਾਰਨ ਉਹਨਾਂ ਦਾ ਵਿਹਾਰ ਵਧੇਰੇ ਗੰਭੀਰ ਅਤੇ ਜਟਿਲ ਹੋ ਜਾਂਦਾ ਹੈ। ਉਹ ਆਪਣੇ ਹੀ ਘਰ ਵਿੱਚ ਆਪਣੇ ਮਨ ਨਾਲ ਮਹਿਮਾਨ ਹੋ ਜਾਣ ਦਾ ਸਮਝੌਤਾ ਕਰ ਲੈਂਦੀਆਂ ਹਨ। 15-16 ਸਾਲ ਦੀ ਉਮਰ ਵਿੱਚ ਹੀ ਉਹਨਾਂ ਵਿੱਚ ਇੱਕ ਉਚਾਟ ਸਾਧੂ ਬਿਰਤੀ ਪੈਦਾ ਹੋ ਜਾਂਦੀ ਹੈ ਕਿ ਇੱਥੋਂ ਚਲੇ ਜਾਣਾ ਹੈ। ਉਹ ਆਪਣੇ ਪਿਤਾ ਦੇ ਘਰ ਵਿੱਚ ਇੰਜ ਵਿਚਰਦੀਆਂ ਹਨ ਜਿਵੇਂ ਘੜੇ ਦੀ ਗੋਦ ਵਿੱਚ ਪਾਣੀ ਰਹਿੰਦਾ ਹੈ। ਜਿਉਂ-ਜਿਉਂ ਲਾਡਲੇ ਵੱਡੇ ਹੁੰਦੇ ਜਾਂਦੇ ਹਨ, ਤਿਉਂ-ਤਿਉਂ ਉਹਨਾਂ ਦੇ ਬਟੂਏ ਦੀ ਸਿਹਤ ਚੰਗੀ ਹੁੰਦੀ ਜਾਂਦੀ ਹੈ ਅਤੇ ਇਹ ਸਹੂਲਤ ਉਹਨਾਂ ਵਿੱਚ ਬਿਨ ਕਮਾਏ ਖਰਚਣ ਦੀ ਗੈਰ ਜ਼ਿੰਮੇਵਾਰ ਰੁਚੀ ਨੂੰ ਬਲਵਾਨ ਕਰਦੀ ਹੈ।
ਅਜਿਹੇ ਖਰਚੇ ਨਾਲ ਵਿਖਾਵੇ ਦੀ ਭਾਵਨਾ ਵੱਧਦੀ ਹੈ, ਜਿਹੜੀ ਸਮਾਜਿਕ ਰਿਸ਼ਤਿਆਂ ਵਿੱਚ ਕੁੜੱਤਣ ਵਧਾਉਂਦੀ ਹੈ। ਲਾਡਲੇ ਜਦੋਂ ਆਪਣੇ ਹਾਣ ਦੀ ਕਿਸੇ ਇਸਤਰੀ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਰਿਸ਼ਤਾ ਨਾ ਕੇਵਲ ਅਸਾਵਾਂ ਹੁੰਦਾ ਹੈ, ਸਗੋਂ ਅਣਚਾਹੀਆਂ ਕੁਰਬਾਨੀਆਂ ਵੀ ਮੰਗਦਾ ਹੈ। ਇਹ ਕੁਰਬਾਨੀਆਂ ਅਕਸਰ ਇਸਤਰੀ ਨੂੰ ਹੀ ਕਰਨੀਆਂ ਪੈਂਦੀਆਂ ਹਨ। ਅਜਿਹੇ ਰਿਸ਼ਤੇ ਵਿੱਚ ਇਸਤਰੀ ਸ਼ਾਂਤਮਈ ਢੰਗ ਨਾਲ ਜੰਗ ਲੜਦੀ ਹੈ, ਕਿਉਂਕਿ ਕੁਝ ਦੇਣ ਦੀ ਥਾਂ ਲਾਡਲਿਆਂ ਦੀ ਦਿਲਚਸਪੀ ਹਰ ਥਾਂ ਕੁਝ ਪ੍ਰਾਪਤ ਕਰਨ ਵਿੱਚ ਹੁੰਦੀ ਹੈ। ਮਨੁੱਖ ਨੂੰ ਸਮਾਜ ਵਿੱਚ ਸੱਜੇ ਖੱਬੇ ਦਾ ਗਿਆਨ ਮਾਨਸਿਕ ਉਲਝਣ ਅਤੇ ਭਾਵਕ ਸਮੱਸਿਆਵਾਂ ਤੋਂ ਪ੍ਰਾਪਤ ਹੁੰਦਾ ਹੈ। ਰੰਗਲੇ ਸੁਪਨੇ ਵੇਖਣ ਦੀ ਜਾਚ ਅਕਸਰ ਇਸਤਰੀ ਨੂੰ ਹੀ ਹੁੰਦੀ ਹੈ ਅਤੇ ਸੁਪਨਿਆਂ ਦੇ ਟੁੱਟਣ ਦੀ ਕਸਕ ਵੀ ਕੇਵਲ ਉਸ ਨੂੰ ਬਰਦਾਸ਼ਤ ਕਰਨੀ ਆਉਂਦੀ ਹੈ। ਹਰ ਇਸਤਰੀ ਦੇ ਮਨ ਵਿੱਚ ਸੁਪਨਿਆਂ ਦਾ ਇੱਕ ਵਿਸ਼ਾਲ ਸ਼ਮਸ਼ਾਨ ਘਾਟ ਹੁੰਦਾ ਹੈ। ਭੈਣਾਂ ਨੂੰ ਭਰਾਵਾਂ ਵਿੱਚ ਕੋਈ ਦੋਸ਼ ਨਹੀਂ ਦਿਸਦਾ। ਉਹ ਉਹਨਾਂ ਦੇ ਦੋਸ਼ਾਂ ਨੂੰ ਵੀ ਉਹਨਾਂ ਦੀਆਂ ਪਤਨੀਆਂ ਦੇ ਸਿਰ ਮੜ੍ਹਦੀਆਂ ਹਨ। ਇਵੇਂ ਪੁੱਤਰਾਂ ਨੂੰ ਆਪਣੀਆਂ ਮਾਵਾਂ ਤੋਂ ਨਹੀਂ, ਆਪਣੀਆਂ ਭੈਣਾਂ ਤੋਂ ਵੀ ਛਤਰੀ ਦੀ ਛਾਂ ਮਿਲਦੀ ਹੈ। ਕਈ ਕਾਰਨਾਂ ਕਰਕੇ ਲਾਡਲਿਆਂ ਵਿੱਚ ਦੂਜਿਆਂ ਪ੍ਰਤੀ ਸਹਿਰਦਤਾ ਨਾਲ ਸੋਚਣ ਦੀ ਸਮਰੱਥਾ ਅਤੇ ਸ਼ਕਤੀ ਘੱਟ ਹੁੰਦੀ ਹੈ, ਜਿਸ ਕਾਰਨ ਇਹ ਕਿਸੇ ਵੀ ਮੁਕਾਬਲੇ ਦੀ ਸਥਿਤੀ ਵਿੱਚ ਚਾਹੇ ਅਣਚਾਹੇ ਬੇਈਮਾਨੀ ਕਰਨ ਲੱਗ ਪੈਂਦੇ ਹਨ। ਜੀਵਨ ਦੀ ਖੇਡ ਤਾਂ ਇੱਕ ਪਾਸੇ ਰਹੀ, ਲਾਡਲੇ ਤਾਂ ਲੁੱਡੋ ਜਾਂ ਤਾਸ਼ ਵੀ ਇਮਾਨਦਾਰੀ ਨਾਲ ਨਹੀਂ ਖੇਡ ਸਕਦੇ। ਲਾਡਲਿਆਂ ਦਾ ਅਸਲ ਵਿਹਾਰ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਇਹਨਾਂ ਦਾ ਵਿਆਹ ਹੁੰਦਾ ਹੈ। ਵਿਆਹ ਦਾ ਰਿਸ਼ਤਾ ਆਮੋ ਸਾਹਮਣੇ ਦਾ ਰਿਸ਼ਤਾ ਹੁੰਦਾ ਹੈ। ਇਸ ਰਿਸ਼ਤੇ ਵਿੱਚ ਨਾ ਕਿਸੇ ਦੇ ਦਖਲ ਦੀ ਸੰਭਾਵਨਾ ਹੁੰਦੀ ਹੈ ਤੇ ਨਾ ਹੀ ਕਿਸੇ ਦਾ ਦਖਲ ਬਰਦਾਸ਼ਤ ਕੀਤਾ ਜਾਂਦਾ ਹੈ। ਮਾਵਾਂ ਉੱਤੇ ਬਹੁਤ ਅਧਿਕ ਨਿਰਭਰ ਰਹਿਣ ਕਾਰਨ ਲਾਡਲੇ ਪਤਨੀ ਤੋਂ ਵੀ ਮਾਂ ਵਾਲੇ ਵਿਹਾਰ ਦੀ ਆਸ ਕਰਦੇ ਹਨ। ਲਾਡਲਿਆਂ ਨੇ ਇਸਤਰੀ ਨੂੰ ਮਾਂ ਦੇ ਰੂਪ ਵਿੱਚ ਹੀ ਵੇਖਿਆ ਮਾਣਿਆ ਹੁੰਦਾ ਹੈ, ਸੋ ਉਹ ਲਗਭਗ ਹਰ ਇਸਤਰੀ ਤੋਂ ਮਾਂ ਵਾਲਾ ਵਰਤਾਰਾ ਚਾਹੁੰਦੇ ਹਨ। ਕਈ ਇਸਤਰੀਆਂ ਅਜਿਹਾ ਰੋਲ ਨਿਭਾਉਂਦੀਆਂ ਹਨ, ਪਰ ਜਦੋਂ ਵੀ ਪਤਨੀ ਮਾਂ ਦੀ ਥਾਂ ਪਤਨੀ ਵਾਲਾ ਰੋਲ ਨਿਭਾਉਣਾ ਚਾਹੇ ਤਾਂ ਲਾਡਲੇ ਲੜਖੜਾ ਜਾਂਦੇ ਹਨ ਅਤੇ ਅੱਖਾਂ ਮੀਟ ਕੇ ਉਹ ਮਾਂ ਵੱਲ ਦੌੜਦੇ ਹਨ। ਮਾਂ ਤਾਂ ਪਹਿਲਾਂ ਹੀ ਅਜਿਹੀ ਸਥਿਤੀ ਨੂੰ ਉਡੀਕ ਰਹੀ ਹੁੰਦੀ ਹੈ, ਸੋ ਪੁੱਤਰ ਲਈ ਉਹ ਮਾਂ ਦਾ ਰੋਲ ਤਾਂ ਨਿਭਾਉਂਦੀ ਹੀ ਹੁੰਦੀ ਹੈ, ਪਤਨੀ ਦਾ ਰੋਲ ਵੀ ਨਿਭਾਉਣ ਲੱਗ ਪੈਂਦੀ ਹੈ। ਜੇ ਅਜਿਹੇ ਪਤੀ ਪਤਨੀ ਵੱਖਰੇ ਰਹਿ ਰਹੇ ਹੋਣ ਤਾਂ ਪੁੱਤਰ ਦੇ ਆਪਣੀ ਮਾਂ ਦੇ ਘਰ ਗੇੜੇ ਵੱਧ ਜਾਂਦੇ ਹਨ ਅਤੇ ਮਾਂ ਦਾ ਉਹਨਾਂ ਦੇ ਘਰ ਵਿੱਚ ਦਖਲ ਵੱਧ ਜਾਂਦਾ ਹੈ। ਮਾਂ ਆਪਣੇ ਮਾਂ ਹੋਣ ਦਾ ਹੱਕ ਜਤਲਾਉਂਦੀ ਹੈ ਅਤੇ ਉਹ ਲਾਡਲੇ ਪੁੱਤਰ ਨੂੰ ਮੂਰਖ ਅਤੇ ਬੇਵਕੂਫ ਦੀ ਥਾਂ ਭੋਲਾ ਅਤੇ ਸ਼ਰੀਫ ਦੱਸਦੀ ਹੈ ਅਤੇ ਉਸ ਦੀ ਪਤਨੀ ਦੇ ਭੋਲੇਪਣ ਨੂੰ ਚਲਾਕੀ ਕਹਿ ਕੇ ਨਿਵਾਜਦੀ ਹੈ। ਲਾਡਲੀਆਂ ਧੀਆਂ ਵੀ ਆਪਣੇ ਪਤੀ ਤੋਂ ਪਤੀ ਵਾਲਾ ਨਹੀਂ, ਪਿਤਾ ਵਾਲਾ ਲਾਡ ਲੱਭਦੀਆਂ ਹਨ ਅਤੇ ਅਜਿਹਾ ਲਾਡ ਨਾ ਮਿਲਣ ਦੀ ਸੂਰਤ ਵਿੱਚ ਉਹ ਅਜਿਹੇ ਕਾਰਨ ਪੈਦਾ ਕਰ ਲੈਂਦੀਆਂ ਹਨ ਕਿ ਉਹ ਆਪਣੇ ਪਿਤਾ ਦੇ ਘਰ ਅੱਪੜ ਜਾਂਦੀਆਂ ਹਨ ਅਤੇ ਲੜਾਈ ਸਹੁਰੇ ਅਤੇ ਜਵਾਈ ਵਿਚਕਾਰ ਅਤੇ ਸੱਸ ਅਤੇ ਨੂੰਹ ਵਿਚਕਾਰ ਖੂਬ ਮੱਘਦੀ ਹੈ। ਅਸਲ ਕਾਰਨਾਂ ਨੂੰ ਸਵੀਕਾਰ ਕਰਨ ਦੀ ਦਲੇਰੀ ਦੀ ਘਾਟ ਕਾਰਨ ਹੋਰ ਪੱਖਾਂ ਨੂੰ ਸਾਹਮਣੇ ਰੱਖ ਕੇ ਝਗੜੇ ਨੂੰ ਵਧਾਇਆ ਜਾਂਦਾ ਹੈ। ਸਾਡੇ ਸਾਰਿਆਂ ਵਿੱਚ ਦੂਜਿਆਂ ਨੂੰ ਗਲਤ ਸਿੱਧ ਕਰਕੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਸੁਭਾਵਿਕ ਪ੍ਰਵਿਰਤੀ ਹੁੰਦੀ ਹੈ। ਇਹ ਪ੍ਰਵਿਰਤੀ ਪਤੀ ਪਤਨੀ ਦੇ ਝਗੜੇ ਵਿੱਚ ਅਨੇਕਾਂ ਰੰਗਾਂ ਵਿੱਚ ਉਗੜਦੀ ਹੈ ਅਤੇ ਦੋਵੇਂ ਧਿਰਾਂ ਦੇ ਮਾਪੇ ਭਾਂਤ-ਭਾਂਤ ਦੇ ਮਸਾਲੇ ਪਾ ਕੇ ਰਿਸ਼ਤਿਆਂ ਦੀ ਚਾੜ ਨੂੰ ਹੋਰ ਚਟਪਟਾ ਬਣਾਉਂਦੇ ਹਨ। ਹਰ ਵਿਅਕਤੀ ਕੋਲ ਕਲਪਨਾ ਦਾ ਗੁਣ ਹੁੰਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਕਲਪਨਾ ਦੀ ਬਸੰਤ ਰੁੱਤ ਖਿੜਦੀ ਹੈ। ਲਾਡਲੇ ਪਤੀਆਂ ਨਾਲ ਲੜ ਕੇ ਪਤਨੀਆਂ ਨੇ ਤਾਂ ਆਪਣੀਆਂ ਮਾਵਾਂ ਕੋਲ ਹੀ ਆਉਣਾ ਹੁੰਦਾ ਹੈ। ਹੁਣ ਲਾਡਲੇ ਪੁੱਤਰ ਵੀ ਪਤਨੀਆਂ ਨੂੰ ਤਿਆਗ ਮਾਵਾਂ ਕੋਲ ਪਨਾਹ ਲੈਂਦੇ ਹਨ। ਜੇ ਭਾਵਕ ਪੱਖੋਂ ਉਹ ਆਪਣੇ ਪੈਰਾਂ ਤੇ ਖਲੋਤੇ ਹੋਣ ਤਾਂ ਕਦੀ ਵੀ ਆਪਣੀਆਂ ਮਾਵਾਂ ਕੋਲ ਨਾ ਪਰਤਣ। ਲਾਡਲਿਆਂ ਦੀਆਂ ਮਾਵਾਂ ਸਾਰਾ ਦੋਸ਼ ਨੋਹਾਂ ਦੇ ਸਿਰ ਮੜ ਕੇ ਆਪਣੇ ਪੁੱਤਰ ਦਾ ਹੋਰ ਥਾਂ ਵਿਆਹ ਕਰਨ ਦੀ ਇੱਛਾ ਜ਼ਰੂਰ ਪਾਲਦੀਆਂ ਹਨ। ਅਜਿਹੀ ਸਥਿਤੀ ਵਿੱਚ ਮਾਂ ਅਤੇ ਪੁੱਤਰ ਇੱਕ ਧਿਰ ਬਣ ਜਾਂਦੇ ਹਨ ਅਤੇ ਸੱਚਾਈ ਨੂੰ ਪਹਿਚਾਣਨ ਦੀ ਦੁਹਾਈ ਦੇਣ ਵਾਲੇ ਪਿਤਾ ਦੇ ਦ੍ਰਿਸ਼ਟੀਕੋਣ ਨੂੰ ਦੋਵੇਂ ਰਲ ਕੇ ਗਲਤ ਸਿੱਧ ਕਰਨ ਲੱਗ ਪੈਂਦੇ ਹਨ। ਇਹਨਾਂ ਦਿਨਾਂ ਵਿੱਚ ਮਾਂ ਪੁੱਤਰ ਨੂੰ ਛੋਟਾ ਬੱਚਾ ਸਮਝ ਕੇ ਪਾਲਦੀ ਹੈ ਅਤੇ ਉਸ ਨੂੰ ਮੁੜ ਬਚਪਨ ਵਾਲੇ ਲਾਡ ਦਿੰਦੀ ਹੈ। ਸਾਡੇ ਦੇਸ਼ ਵਿੱਚ ਮਾਵਾਂ ਦੀ ਆਪਣੀ ਕੋਈ ਸ਼ਖਸੀਅਤ ਨਹੀਂ ਹੁੰਦੀ। ਉਹ ਆਪਣੀ ਸ਼ਖਸੀਅਤ ਨੂੰ ਮੇਟ ਦਿੰਦੀਆਂ ਹਨ ਅਤੇ ਆਪਣੇ ਆਪ ਨੂੰ ਆਪਣੀ ਸੰਤਾਨ ਤੋਂ
ਅਤੇ ਵਿਸ਼ੇਸ਼ ਕਰਕੇ ਪੁੱਤਰਾਂ ਤੋਂ ਕੁਰਬਾਨ ਕਰ ਦਿੰਦੀਆਂ ਹਨ। ਉਹ ਬਿਨ ਮੰਗੇ ਹੀ ਆਪਣੇ ਪੁੱਤਰਾਂ ਸਾਹਮਣੇ ਆਪਣੇ ਪਿਆਰ, ਲਾਡਾਂ ਅਤੇ ਕੁਰਬਾਨੀਆਂ ਦਾ ਢੇਰ ਲਾ ਦਿੰਦੀਆਂ ਹਨ। ਮਾਂ ਪਿਆਰ ਦੇ ਹੜ੍ਹ ਵਿੱਚ ਘਿਰੇ ਪੁੱਤਰ ਮਾਂ ਉੱਤੇ ਇਤਨੇ ਨਿਰਭਰ ਹੋ ਜਾਂਦੇ ਹਨ ਕਿ ਉਹ ਸਾਰੀ ਉਮਰ ਇਸੇ ਪ੍ਰਭਾਵ ਅਧੀਨ ਵਿਚਰਦੇ ਹਨ ਤੇ ਸਾਰਾ ਜੀਵਨ ਸਕੂਲ ਵਿੱਚ ਪੜ੍ਹਦੇ ਮੁੰਡਿਆਂ ਵਾਲੀਆਂ ਹਰਕਤਾਂ ਕਰਦੇ ਰਹਿੰਦੇ ਹਨ। ਸਾਡੇ ਸਮਾਜ ਵਿੱਚ ਇਸਤਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਹੈ, ਸੋ ਸਹੁਰੇ ਘਰ ਵਿੱਚ ਪ੍ਰਵਾਨ ਕੀਤੇ ਜਾਣ ਦੀ ਇੱਛਾ ਅਧੀਨ ਉਹ ਆਪਣੇ ਬੱਚਿਆਂ ਨੂੰ ਆਪਣੇ ਉੱਤੇ ਇਸ ਹੱਦ ਤੱਕ ਆਸਰਿਤ ਕਰ ਲੈਂਦੀ ਹੈ ਕਿ ਉਸ ਬਿਨਾਂ ਘਰ ਚੱਲ ਹੀ ਨਾ ਸਕੇ, ਬੱਚੇ ਪਲ ਹੀ ਨਾ ਸਕਣ, ਪਤੀ ਨੂੰ ਕੁਝ ਲੱਭੇ ਹੀ ਨਾ। ਇਵੇਂ ਮਾਲਕਣ ਬਣਨ ਦੀ ਇੱਛਾ ਅਧੀਨ ਉਹ ਦਾਸੀ ਬਣ ਜਾਂਦੀ ਹੈ। ਕੋਈ ਇਸਤਰੀ ਜਿਤਨੀ ਵਧੇਰੇ ਅਸੁਰੱਖਿਅਤ ਅਨੁਭਵ ਕਰੇਗੀ, ਉਤਨਾ ਹੀ ਉਹ ਆਪਣੀ ਸੰਤਾਨ ਨੂੰ, ਆਪਣੇ ਪੁੱਤਰਾਂ ਨੂੰ ਵਧੇਰੇ ਲਾਡ ਕਰੇਗੀ। ਪਤੀ ਵੱਲੋਂ ਤਿਆਗੇ ਜਾਣ ਦੀ ਸੂਰਤ ਵਿੱਚ ਤਾਂ ਇਸਤਰੀ ਆਪਣੇ ਪੁੱਤਰ ਨੂੰ ਹੋਰ ਵੀ ਵਧੇਰੇ ਲਾਡ ਕਰੇਗੀ ਅਤੇ ਉਹ ਆਪ ਹੀ ਉਸ ਦੀ ਪ੍ਰੇਮਿਕਾ, ਭੈਣ, ਧੀ, ਪਤਨੀ ਆਦਿ ਹੋ ਨਿਬੜਨ ਦਾ ਰੋਲ ਨਿਭਾਵੇਗੀ। ਉਹ ਅਣਜਾਣੇ ਹੀ ਆਪਣੇ ਪੁੱਤਰ ਨੂੰ ਭਾਵ ਪੱਖੋਂ ਲੰਗੜਾ ਕਰ ਦਿੰਦੀ ਹੈ। ਵਿਆਹ ਤੋਂ ਬਾਅਦ ਜਦੋਂ ਸੰਸਾਰ ਦੇ ਕਾਰੋਬਾਰ ਵਿੱਚ ਅਜਿਹੇ ਲਾਡਲੇ ਪੁੱਤਰ ਨੂੰ ਜ਼ਿੰਮੇਵਾਰੀਆਂ ਦਾ ਬੋਝ ਵੀ ਚੁੱਕਣਾ ਪੈਂਦਾ ਹੈ ਅਤੇ ਦੌੜ ਵੀ ਲਾਉਣੀ ਪੈਂਦੀ ਹੈ, ਤਾਂ ਉਹ ਇੱਕ ਲੰਗੜੇ ਪੁੱਤਰ ਵਾਂਗ ਮਾਂ ਵੱਲ ਦੌੜਦਾ ਹੈ। ਲਾਡਲਿਆਂ ਦੇ ਨਖਰੇ ਕੇਵਲ ਉਹਨਾਂ ਦੀਆਂ ਮਾਵਾਂ ਹੀ ਬਰਦਾਸ਼ਤ ਕਰ ਸਕਦੀਆਂ ਹਨ। ਕੋਈ ਹੋਰ ਇਸਤਰੀ ਜਦੋਂ ਲਾਡਲੇ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਉਹ ਇਸਤਰੀ ਅਜਿਹੇ ਪੁਰਸ਼ ਤੋਂ ਅਗਵਾਈ ਦੀ ਮੰਗ ਕਰਦੀ ਹੈ, ਜਦਕਿ ਲਾਡਲੇ ਨੂੰ ਤਾਂ ਕੇਵਲ ਉਂਗਲ ਫੜ ਕੇ ਪਿੱਛੇ ਪਿੱਛੇ ਤੁਰਨ ਦੀ ਆਦਤ ਹੁੰਦੀ ਹੈ। ਸੋ ਲਾਡਲਾ ਪੁੱਤਰ ਕਿਸੇ ਇਸਤਰੀ ਨਾਲ ਮਰਦ ਵਾਲਾ ਰਿਸ਼ਤਾ ਸਥਾਪਿਤ ਕਰਨ ਵਿੱਚ ਸਫਲ ਨਹੀਂ ਹੁੰਦਾ। ਲਾਡਲਿਆਂ ਦੀਆਂ ਮਾਵਾਂ ਅਕਸਰ ਇਹ ਗਲਤੀ ਕਰਦੀਆਂ ਹਨ ਕਿ ਉਹ ਆਪਣੇ ਪੁੱਤਰਾਂ ਦਾ ਵਿਆਹ ਉਹਨਾਂ ਨਾਲੋਂ ਵੱਧ ਪੜ੍ਹੀਆਂ ਲਿਖੀਆਂ ਅਤੇ ਯੋਗ ਲੜਕੀਆਂ ਨਾਲ ਕਰਾ ਦਿੰਦੀਆਂ ਹਨ। ਇਸ ਸਥਿਤੀ ਵਿੱਚ ਲਾਡਲਾ ਹੋਰ ਸੁੰਗੜ ਜਾਂਦਾ ਹੈ। ਇੱਕ ਪੜ੍ਹਿਆ ਲਿਖਿਆ ਪੁਰਸ਼ ਇੱਕ ਅਨਪੜ੍ਹ ਇਸਤਰੀ ਨਾਲ ਗੁਜ਼ਾਰਾ ਕਰ ਸਕਦਾ ਹੈ, ਕਿਉਂਕਿ ਅਨਪੜ੍ਹ ਪਤਨੀ ਪੂਰੀ ਤਰ੍ਹਾਂ ਖਿੜੇ ਮੱਥੇ ਉਸ ਦੀ ਅਗਵਾਈ ਨੂੰ ਸਵੀਕਾਰ ਕਰ ਲੈਂਦੀ ਹੈ। ਪਰ ਇੱਕ ਪੜ੍ਹੀ ਲਿਖੀ ਇਸਤਰੀ ਇੱਕ ਅਨਪੜ੍ਹ ਜਾਂ ਘੱਟ ਪੜ੍ਹੇ ਪੁਰਸ਼ ਨਾਲ ਗੁਜ਼ਾਰਾ ਨਹੀਂ ਕਰ ਸਕਦੀ, ਕਿਉਂਕਿ ਉਸ ਦਾ ਪਤੀ ਨਾ ਤਾਂ ਅਗਵਾਈ ਪ੍ਰਦਾਨ ਕਰ ਸਕਦਾ ਹੈ ਤੇ ਨਾ ਹੀ ਪਤਨੀ ਦੀ ਅਗਵਾਈ ਪ੍ਰਵਾਨ ਕਰਨ ਲਈ ਤਿਆਰ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਵਿਰੋਧ ਉਪਜਣੇ ਸੁਭਾਵਿਕ ਹੁੰਦੇ ਹਨ। ਲਾਡਲੇ ਨੂੰ ਕੇਵਲ ਆਪਣੀ ਮਾਂ ਨਾਲ ਵਰਤਣ ਦੀ ਹੀ ਆਦਤ ਹੁੰਦੀ ਹੈ। ਜਦੋਂ ਪ੍ਰੇਮਿਕਾ ਜਾਂ ਪਤਨੀ ਮਾਂ ਦਾ ਰੋਲ ਨਿਭਾਉਣ ਤੋਂ ਇਨਕਾਰੀ ਹੁੰਦੀ ਹੈ ਤਾਂ ਲਾਡਲੇ ਨੂੰ ਸਥਿਤੀ ਭੁਚਾਲ ਵਾਲੀ ਪ੍ਰਤੀਤ ਹੋਣ ਲੱਗ ਪੈਂਦੀ ਹੈ। ਲਾਡਲੇ ਦੀ ਪਤਨੀ ਨੂੰ ਆਪਣੇ ਪਤੀ ਦਾ ਹੀ ਨਹੀਂ, ਪਤੀ ਦੀ ਮਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ, ਪਰ ਉਸ ਲਈ ਪਤੀ ਦੀ ਮਾਂ ਨੂੰ ਸੰਤੁਸ਼ਟ ਕਰਨਾ ਸੰਭਵ ਨਹੀਂ ਹੁੰਦਾ, ਸੋ ਅਣਬਣ ਦਾ ਉਪਜਣਾ ਸੁਭਾਵਿਕ ਹੁੰਦਾ ਹੈ। ਲਾਡਲੇ ਆਪਣੀ ਆਮਦਨ ਜਾਂ ਤਨਖਾਹ ਆਪਣੀ ਪਤਨੀ ਨੂੰ ਨਹੀਂ, ਆਪਣੀ ਮਾਂ ਨੂੰ ਦਿੰਦੇ ਹਨ, ਕਿਉਂਕਿ ਮਾਵਾਂ ਆਪਣੇ ਲਾਡਲਿਆਂ ਉੱਤੇ ਕਬਜ਼ਾ ਛੱਡਣ ਲਈ ਤਿਆਰ ਹੀ ਨਹੀਂ ਹੁੰਦੀਆਂ। ਸੋ ਸੱਸ ਅਤੇ ਨੂੰਹ ਵਿਚਕਾਰ ਮਾਲਕ ਮਕਾਨ ਅਤੇ ਕਿਰਾਏਦਾਰ ਵਾਲਾ ਝਗੜਾ ਸ਼ੁਰੂ ਹੋ ਜਾਂਦਾ ਹੈ। ਮਾਵਾਂ ਆਪਣੇ ਲਾਡਲਿਆਂ ਵਿੱਚ ਸਵੈ ਵਿਸ਼ਵਾਸ ਉਪਜਣ ਹੀ ਨਹੀਂ ਦਿੰਦੀਆਂ, ਸੋ ਲਾਡਲੇ ਦਲੇਰੀ ਵਿਖਾਉਣ ਦਾ ਸਾਹਸ ਹੀ ਨਹੀਂ ਕਰਦੇ। ਮਾਂ ਸਾਹਮਣੇ ਲਾਡਲੇ ਪਤਨੀ ਵਿਰੁੱਧ ਵੱਧ ਤੋਂ ਵੱਧ ਮਿਆਉਂ ਹੀ ਕਰ ਸਕਦੇ ਹਨ, ਪਰ ਉਹ ਵੀ ਮਾਂ ਦੀ ਗੋਦ ਵਿੱਚ ਬਹਿ ਕੇ। ਲਾਡਲੇ ਦੀ ਪਤਨੀ ਦੀ ਗੈਰ ਹਾਜ਼ਰੀ ਵਿੱਚ ਮਾਂ ਪੁੱਤਰ ਕੋਲੋਂ ਆਪਣੀ ਨੂੰਹ ਦੀਆਂ ਉਤਨੀਆਂ ਸ਼ਿਕਾਇਤਾਂ ਨਹੀਂ ਲਾਉਂਦੀ ਜਿਤਨੀਆਂ ਮਾਂ ਕੋਲ ਲਾਡਲਾ ਆਪਣੀ ਪਤਨੀ ਦੀਆਂ ਲਾਉਂਦਾ ਹੈ। ਸਾਡੇ ਦੇਸ਼ ਵਿੱਚ ਲੜਕੀ ਦਾ ਪਾਲਣ ਪੋਸ਼ਣ ਹੀ ਇਸ ਢੰਗ ਨਾਲ ਹੁੰਦਾ ਹੈ ਕਿ ਉਹ ਪਰਿਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਸੌਖਿਆਂ ਢਾਲ ਲੈਂਦੀ ਹੈ। ਪਰ ਇਕਲੌਤੀਆਂ ਧੀਆਂ ਅਕਸਰ ਲਾਡਲੀਆਂ ਹੋ ਨਿਬੜਦੀਆਂ ਹਨ, ਜਿਨ੍ਹਾਂ ਨੂੰ ਵਿਆਹ ਤੋਂ ਬਾਅਦ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਮਾਪਿਆਂ ਦੇ ਘਰ ਵਿੱਚ ਉਹ ਇਕਲੌਤੀ ਹੋਣ ਕਾਰਨ ਉਹ ਸਭ ਦੇ ਧਿਆਨ ਦਾ ਕੇਂਦਰ ਹੁੰਦੀ ਹੈ, ਪਰ ਵਿਆਹ ਤੋਂ ਬਾਅਦ ਇਹ ਸਥਿਤੀ ਬਣੀ ਰਹਿਣੀ ਸੰਭਵ ਨਹੀਂ ਹੁੰਦੀ, ਕਿਉਂਕਿ ਮਾਵਾਂ ਨੇ ਲਾਡਲੀਆਂ ਧੀਆਂ ਨੂੰ ਕੁਝ ਨਹੀਂ ਸਿਖਾਇਆ ਹੁੰਦਾ, ਸੋ ਵਿਆਹ ਤੋਂ ਬਾਅਦ ਉਹਨਾਂ ਦਾ ਵਿਹਾਰ ਹਾਸੋਹੀਣਾ ਹੋ ਨਿਬੜਦਾ ਹੈ। ਆਮ ਕਰਕੇ ਧੀਆਂ ਰੱਸੀ ਟੱਪਦੀਆਂ ਟੱਪਦੀਆਂ ਦਰਿਆ ਟੱਪਣ ਦੀ ਯੋਗਤਾ ਉਪਜਾ ਲੈਂਦੀਆਂ ਹਨ। ਧੀਆਂ ਲਈ ਵਿਆਹ ਦਰਿਆ ਟੱਪਣ ਵਾਂਗ ਹੀ ਹੁੰਦਾ ਹੈ, ਪਰ ਪੁੱਤਰਾਂ ਦੇ ਵਿਹਾਰ ਵਿੱਚ ਲਚਕ ਘੱਟ ਹੁੰਦੀ ਹੈ। ਸਦੀਆਂ ਉਡੀਕਣ ਤੋਂ ਬਾਅਦ ਵੀ ਕਾਂ ਹੰਸ ਨਹੀਂ ਬਣਦੇ।
ਪੁਰਸ਼ ਨਹੀਂ ਜਾਣਦੇ ਕਿ ਇਸਤਰੀ ਨਾਲ ਉੱਚਾ ਜਾਂ ਸਖਤੀ ਨਾਲ ਬੋਲਣਾ ਉਸ ਦੇ ਮਨ ਦਾ ਨਿਰਾਦਰ ਹੁੰਦਾ ਹੈ। ਇਸਤਰੀ ਦੀ ਹਾਜ਼ਰੀ ਵਿੱਚ ਹੀ ਮਨੁੱਖ ਪ੍ਰਤੀਤ ਹੁੰਦਾ ਹੈ। ਮਾਵਾਂ ਨੂੰ ਚਾਹੀਦਾ ਹੈ ਕਿ ਪੁੱਤਰਾਂ ਨੂੰ ਆਗਿਆਕਾਰੀ ਬਣਾਉਣ ਦੀ ਥਾਂ ਜਾਂ ਲਾਡਲੇ ਬਣਾਉਣ ਦੀ ਥਾਂ ਸਿਆਣੇ ਬਣਾਉਣ, ਤਾਂ ਕਿ ਉਹਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੇ ਵਿਹਾਰ ਵਿੱਚ ਤਾਲਮੇਲ ਹੋਵੇ। ਪਤੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਪਤਨੀਆਂ ਨੂੰ ਇਤਨੀ ਸੁਰੱਖਿਆ ਪ੍ਰਦਾਨ ਕਰਨ ਕਿ ਉਹਨਾਂ ਨੂੰ ਆਪਣੇ ਪੁੱਤਰਾਂ ਨੂੰ ਬੇਲੋੜਾ ਲਾਡ ਕਰਨ ਦੀ ਲੋੜ ਨਾ ਪਵੇ ਅਤੇ ਪੁੱਤਰ ਆਪਣੀਆਂ ਪਤਨੀਆਂ ਬਾਰੇ ਚੰਗੀ ਰਾਏ ਉਸਾਰ ਸਕਣ। ਲਾਡਲੇ ਪੁੱਤਰ ਹਨੇਰੀ ਜਾਂ ਵਾਵਰੋਲੇ ਵਾਂਗ ਕਿਸੇ ਥਾਂ ਨਹੀਂ ਟਿਕਦੇ, ਉਹ ਭਗੌੜਾ ਜੀਵਨ ਜਿਉਂਦੇ ਹਨ। ਉਹ ਸਬਕ ਪੜ੍ਹ ਲੈਣ ਬਾਅਦ ਵੀ ਕੁਝ ਨਹੀਂ ਸਿੱਖਦੇ। ਅਕਸਰ ਪੁੱਤਰਾਂ ਦਾ ਵਿਆਹ ਕਰਕੇ ਮਾਵਾਂ ਵਧੇਰੇ ਬਿਮਾਰ ਪੈਂਦੀਆਂ ਹਨ, ਜਦੋਂ ਕਿ ਲਾਡਲੇ ਪੁੱਤਰ ਵਿਆਹ ਕਰਾ ਕੇ ਵਧੇਰੇ ਬਿਮਾਰ ਪੈਂਦੇ ਹਨ। ਇਵੇਂ ਉਹ ਮਾਂ ਪੁੱਤਰ ਦੋਵੇਂ ਬਿਮਾਰੀ ਨੂੰ ਇੱਕ ਦੂਜੇ ਦੇ ਨੇੜੇ ਹੋਣ ਲਈ ਵਰਤਦੇ ਹਨ। ਜਿੱਥੇ ਮਾਵਾਂ ਦੇ ਆਪਣੇ ਰੁਝੇਵੇਂ ਹੁੰਦੇ ਹਨ, ਉੱਥੇ ਪੁੱਤਰਾਂ ਦੇ ਲਾਡਲੇ ਬਣਾਉਣ ਦੀਆਂ ਸੰਭਾਵਨਾਵਾਂ ਘੱਟ ਹੁੰਦੀਆਂ ਹਨ। ਅਜਿਹੇ ਘਰਾਂ ਦੇ ਬੱਚੇ ਭਾਵਕ ਪੱਖੋਂ ਜਲਦੀ ਜਵਾਨ ਹੋ ਜਾਂਦੇ ਹਨ ਅਤੇ ਉਹ ਬਾਹਰਲੀ ਦੁਨੀਆ ਨਾਲ ਵਧੇਰੇ ਇਕਸੁਰ ਹੁੰਦੇ ਹਨ ਅਤੇ ਉਹ ਦੂਜਿਆਂ ਦੀ ਹੋਂਦ ਨੂੰ ਖਿੜੇ ਮੱਥੇ ਸਵੀਕਾਰਦੇ ਹਨ। ਹੋਸਟਲਾਂ ਵਿੱਚ ਰਹਿਣ ਵਾਲੇ ਲੜਕੇ ਲੜਕੀਆਂ ਮਾਪਿਆਂ ਤੋਂ ਦੂਰ ਹੋਣ ਕਾਰਨ ਸੰਤੁਲਨ ਛੇਤੀ ਪ੍ਰਾਪਤ ਕਰ ਲੈਂਦੇ ਹਨ, ਪਰ ਹੋਸਟਲਾਂ ਵਿੱਚ ਰਹਿਣ ਵਾਲੇ ਲਾਡਲੇ ਅਤੇ ਲਾਡਲੀਆਂ ਵਿੱਚ ਵਿਗਾੜ ਵੀ ਤੇਜ਼ੀ ਨਾਲ ਨਿੱਘਰਦਾ ਹੈ। ਮਾਵਾਂ ਨੂੰ ਚਾਹੀਦਾ ਹੈ ਕਿ ਪੁੱਤਰਾਂ ਨੂੰ ਘਰ ਦੇ ਕਿੱਲੇ ਨਾਲ ਬੰਨਣ ਦੀ ਥਾਂ ਕੋਲੰਬਸ ਵਾਂਗ ਨਵੀਆਂ ਧਰਤੀਆਂ ਲੱਭਣ ਲਈ ਪ੍ਰੇਰਨ। ਨਿਰਸ ਦੇ ਲਾਡਲੇ ਕਿਨਾਰੇ ਤੇ ਬੱਝੀ ਬੇੜੀ ਬਣਨਾ ਪਸੰਦ ਕਰਨਗੇ। ਉਹ ਨਹੀਂ ਜਾਣਦੇ ਕਿ ਬੇੜੀਆਂ ਖੁੱਲ੍ਹੇ ਸਮੁੰਦਰਾਂ ਲਈ ਹੁੰਦੀਆਂ ਹਨ। ਜੇ ਪੁੱਤਰਾਂ ਨੂੰ ਵੀ ਧੀਆਂ ਵਾਂਗ ਪਾਲਿਆ ਜਾਵੇ ਤਾਂ ਕਿਸੇ ਹੱਦ ਤੱਕ ਸਥਿਤੀ ਸੁਧਰ ਸਕਦੀ ਹੈ, ਪਰ ਸਥਿਤੀ ਵਿੱਚ ਪਛਾਣਨਯੋਗ ਪਰਿਵਰਤਨ ਤਾਂ ਹੀ ਵਾਪਰੇਗਾ ਜੇ ਪੁੱਤਰ ਵੀ ਧੀਆਂ ਵਾਂਗ ਮਾਪਿਆਂ ਤੋਂ ਦੂਰ ਜਾ ਕੇ ਘਰ ਵਸਾਉਣ ਅਤੇ ਉਹਨਾਂ ਨੂੰ ਆਪਣੇ ਫੈਸਲੇ ਆਪ ਕਰਨ ਦੀ ਮਜਬੂਰੀ ਹੋਵੇ। ਪੁਰਸ਼ਾਂ ਵਿੱਚ ਹਰ ਵੇਲੇ ਹਰ ਥਾਂ ਕਿਸੇ ਨਾ ਕਿਸੇ ਇਸਤਰੀ ਦਾ ਮਹਿਮਾਨ ਬਣਨ ਦੀ ਆਦਤ ਹੁੰਦੀ ਹੈ। ਜਿਹੜੇ ਇਸ ਆਦਤ ਤੋਂ ਜਿੰਨੀ ਜਲਦੀ ਛੁਟਕਾਰਾ ਪਾ ਲੈਣਗੇ, ਉਤਨਾ ਹੀ ਉਹਨਾਂ ਦੇ ਸੁਭਾਅ ਵਿੱਚ ਵਧੇਰੇ ਸੰਤੁਲਨ ਹੋਵੇਗਾ ਅਤੇ ਉਸੇ ਅਨੁਪਾਤ ਵਿੱਚ ਉਹ ਜ਼ਿੰਦਗੀ ਵਿੱਚ ਵਧੇਰੇ ਸਫਲ ਅਤੇ ਸੰਤੁਸ਼ਟ ਹੋਣਗੇ। ਇਸ ਦੇ ਨਾਲ ਹੀ ਅੱਜ ਦਾ ਇਹ ਲੈਸਨ ਖਤਮ ਹੁੰਦਾ ਹੈ। ਫਿਰ ਮਿਲਦੇ ਹਾਂ ਅਗਲੇ ਲੈਸਨ ਦੇ ਨਾਲ।